बहुत ही प्यारे विद्यार्थियों, इस वीडियो ਵਿੱਚ ਅਸੀਂ ਕਰਾਂਗੇ ਜਮਾਤ 8ਵੀਂ ਦੇ ਸਾਇੰਸ ਵਿਸ਼ੇ ਦਾ ਪਾਠ 9ਵੇਂ ਦਾ ਦੂਸਰਾ ਕੁਇਜ਼। ਸੋ ਇਸ ਵਿੱਚ ਵੀ 15 ਪ੍ਰਸ਼ਨ ਹੋਣਗੇ। ਸੋ ਆਓ ਇਹਨਾਂ ਨੂੰ ਹੱਲ ਕਰਦੇ ਹਾਂ। ਪ੍ਰਸ਼ਨ 16ਵਾਂ, ਮਨੁੱਖ ਵਿੱਚ ਪ੍ਰਜਨਨ ਸੰਬੰਧੀ ਕਿਹੜਾ ਕਥਨ ਸਹੀ ਹੈ? ਨਿਸ਼ੇਚਨ ਸਰੀਰਕ ਤੌਰ 'ਤੇ ਬਾਹਰ ਹੁੰਦਾ ਹੈ, ਨਿਸ਼ੇਚਨ ਪਤਾਲੂ ਵਿੱਚ ਹੁੰਦਾ ਹੈ, ਨਿਸ਼ੇਚਨ ਸਮੇਂ ਅੰਡਾਣੂ ਸ਼ੁਕਰਾਣੂ ਵੱਲ ਜਾਂਦੇ ਹਨ, ਨਿਸ਼ੇਚਨ ਮਾਦਾ ਸਰੀਰ ਦੇ ਅੰਦਰ ਹੁੰਦਾ ਹੈ। ਇਸ ਵਿੱਚ ਕਿਹੜੀ ਆਪਸ਼ਨ ਠੀਕ ਹੈ? ਇਸ ਵਿੱਚ ਹੀ ਠੀਕ ਹੈ, ਨਿਸ਼ੇਚਨ ਮਾਦਾ ਸਰੀਰ ਦੇ ਅੰਦਰ ਹੁੰਦਾ ਹੈ। ਨਿਸ਼ੇਚਨ ਮਾਦਾ ਸਰੀਰ ਦੇ ਅੰਦਰ ਹੁੰਦਾ ਹੈ। ਸੋ ਇਹ ਆਪਸ਼ਨ ਠੀਕ ਹੈ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਪ੍ਰਸ਼ਨ 17ਵਾਂ, ਮਨੁੱਖਾਂ ਵਿੱਚ ਨਿਸ਼ੇਚਨ ਤੋਂ ਬਾਅਦ ਬੱਚੇਦਾਨੀ ਦੀ ਦੀਵਾਰ ਉੱਪਰ ਠਹਿਰਨ ਵਾਲੀ ਰਚਨਾ ਡੈਸ਼ ਆਖਦੇ ਨੇ। ਮਨੁੱਖਾਂ ਵਿੱਚ ਨਿਸ਼ੇਚਨ ਤੋਂ ਬਾਅਦ ਬੱਚੇਦਾਨੀ ਦੀ ਦੀਵਾਰ ਉੱਪਰ ਠਹਿਰਨ ਵਾਲੀ ਰਚਨਾ ਨੂੰ ਡੈਸ਼ ਆਖਦੇ ਨੇ। ਅੰਡਾਣੂ, ਭਰੂਣ, ਫਿਊਟਸ ਜਾਂ ਯੁਗਮਜ। ਸੋ ਇਸ ਦਾ ਉੱਤਰ ਹੈ, ਉਸ ਨੂੰ ਭਰੂਣ ਆਖਦੇ ਨੇ। ਸੋ ਦੂਸਰੀ ਆਪਸ਼ਨ ਇਸ ਦਾ ਠੀਕ ਉੱਤਰ ਹੈ। ਅਗਲਾ ਪ੍ਰਸ਼ਨ 18ਵਾਂ, ਸਭ ਤੋਂ ਪਹਿਲਾਂ ਸਫਲਤਾਪੂਰਵਕ ਕਲੋਨ ਕੀਤੇ ਜੰਤੂ ਦਾ ਨਾਮ ਦੱਸੋ। ਡੋਲੀ ਸ਼ੀਪ, ਡੋਬੀ ਸ਼ੀਪ, ਗੋਗੀ ਸ਼ੀਪ ਐਂਡ ਬੌਬੀ ਸ਼ੀਪ। ਸੋ ਇਹਨਾਂ ਵਿੱਚੋਂ ਦੱਸਣਾ ਹੈ ਕਿ ਉਹ ਕਿਹੜਾ ਜੀਵ ਸੀ ਜਿਹੜਾ ਸਭ ਤੋਂ ਪਹਿਲਾਂ ਕਲੋਨ ਕੀਤਾ ਗਿਆ ਸੀਗਾ। ਉਹ ਸੀ ਡੋਲੀ ਸ਼ੀਪ, ਜਾਣੀ ਕਿ ਪਹਿਲੀ ਆਪਸ਼ਨ ਇਸ ਦਾ ਸਹੀ ਉੱਤਰ ਹੈ। ਅਗਲਾ ਪ੍ਰਸ਼ਨ, ਨਰ ਯੁਗਮਕ ਡੈਸ਼ ਅਖਵਾਉਂਦਾ ਹੈ। ਯੁਗਮਜ, ਸ਼ੁਕਰਾਣੂ, ਅੰਡਾਣੂ, ਅੰਡਕੋਸ਼। ਇਸ ਦਾ ਉੱਤਰ ਹੈ ਸ਼ੁਕਰਾਣੂ। ਉਸ ਨੂੰ ਸ਼ੁਕਰਾਣੂ ਕਹਿੰਦੇ ਨੇ। ਸੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਪ੍ਰਸ਼ਨ 20ਵਾਂ, ਮਨੁੱਖਾਂ ਵਿੱਚ ਪ੍ਰਜਨਨ ਸੰਬੰਧੀ ਘਟਨਾਵਾਂ ਦਾ ਸਹੀ ਕ੍ਰਮ ਕੀ ਹੈ? ਯੁਗਮਕ ਬਣਨਾ, ਨਿਸ਼ੇਚਨ, ਯੁਗਮਜ ਬਣਨਾ ਤੇ ਭਰੂਣ ਬਣਨਾ। ਭਰੂਣ ਬਣਨਾ, ਯੁਗਮਜ ਬਣਨਾ, ਨਿਸ਼ੇਚਨ, ਯੁਗਮਕ ਬਣਨਾ। ਨਿਸ਼ੇਚਨ, ਯੁਗਮਕ ਬਣਨਾ, ਭਰੂਣ ਬਣਨਾ ਤੇ ਯੁਗਮਜ ਬਣਨਾ। ਯੁਗਮਜ ਬਣਨਾ, ਨਿਸ਼ੇਚਨ, ਭਰੂਣ ਬਣਨਾ ਜਾਂ ਯੁਗਮਜ ਬਣਨਾ। ਸੋ ਇਸ ਵਿੱਚੋਂ ਸਹੀ ਉੱਤਰ ਹੈ ਚੌਥੀ, ਪਹਿਲੀ ਆਪਸ਼ਨ। ਸੋ ਪਹਿਲਾਂ, ਸਭ ਤੋਂ ਪਹਿਲਾਂ ਯੁਗਮਜ ਬਣਨਾ, ਫਿਰ ਨਿਸ਼ੇਚਨ, ਫਿਰ ਯੁਗਮਜ, ਫਿਰ ਭਰੂਣ ਬਣਨਾ। ਸੋ ਇਹ ਆਪਸ਼ਨ ਠੀਕ ਹੈ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਪ੍ਰਸ਼ਨ 21ਵਾਂ, ਅਮੀਬਾ ਵਿੱਚ ਦੋਹਰੇ ਖੰਡਨ ਰਾਹੀਂ ਕਿੰਨੇ ਸੰਤਾਨ ਸੈੱਲ ਪੈਦਾ ਹੁੰਦੇ ਹਨ? 1, 2, 3 ਜਾਂ 4। ਸੋ ਇਸ ਦਾ ਉੱਤਰ ਹੈ 2 ਸੈੱਲ ਪੈਦਾ ਹੁੰਦੇ ਹਨ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਜੀਵ ਬੱਚੇ ਨੂੰ ਜਨਮ ਦਿੰਦਾ ਹੈ? ਸਾਮਨ ਮੱਛੀ, ਕੋਬਰਾ ਸੱਪ, ਸਲਮੈਂਡਰ, ਡੌਲਫਿਨ। ਬੱਚੇ ਨੂੰ ਸਿੱਧਾ ਜਨਮ ਦੇਣ ਵਾਲਾ ਕਿਹੜਾ ਜੀਵ ਹੈ ਇਹਨਾਂ ਵਿੱਚੋਂ? ਸੋ ਉੱਤਰ ਹੈ ਡੌਲਫਿਨ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਸ ਵਿੱਚ ਬਡਿੰਗ ਹੁੰਦੀ ਹੈ? ਯੀਸਟ ਵਿੱਚ, ਅਮੀਬਾ ਵਿੱਚ, ਪੈਰਾਮੀਸ਼ੀਅਮ ਵਿੱਚ, ਪਲਾਜ਼ਮੋਡੀਅਮ ਵਿੱਚ। ਸੋ ਇਸ ਦਾ ਉੱਤਰ ਹੈ ਯੀਸਟ ਵਿੱਚ। ਸੋ ਯੀਸਟ ਵਿੱਚ ਬਡਿੰਗ ਹੁੰਦੀ ਹੈ। ਅਗਲਾ ਪ੍ਰਸ਼ਨ 24ਵਾਂ, ਅੰਡਕੋਸ਼ ਤੋਂ ਅੰਡਾਣੂ ਦੇ ਮੁਕਤ ਹੋਣ ਦੀ ਵਿਧੀ ਨੂੰ ਡੈਸ਼ ਆਖਦੇ ਨੇ। ਪ੍ਰਜਨਨ, ਮਾਸਿਕ ਚੱਕਰ, ਅੰਡ ਉਤਸਰਜਨ, ਰਜਨੋਵਿਰਤੀ। ਸੋ ਇਸ ਦਾ ਉੱਤਰ ਹੈ ਅੰਡ ਉਤਸਰਜਨ ਆਖਦੇ ਹਨ। ਸੋ ਆਪਸ਼ਨ ਤੀਸਰੀ ਇਸ ਦਾ ਸਹੀ ਉੱਤਰ ਹੈ। ਅਗਲਾ ਪ੍ਰਸ਼ਨ 25ਵਾਂ, ਹੇਠ ਲਿਖਿਆਂ ਵਿੱਚੋਂ ਕਿਹੜਾ ਮਨੁੱਖੀ ਪ੍ਰਜਨਨ ਪ੍ਰਣਾਲੀ ਦਾ ਹਿੱਸਾ ਨਹੀਂ? ਅੰਡਕੋਸ਼, ਅੰਗ ਨਿਕਾਸ ਵਹਿਣੀ,
ਬੱਚੇਦਾਨੀ ਜਾਂ ਪਤਾਲੂ। ਸੋ ਇਸ ਦਾ ਉੱਤਰ ਹੈ ਪਤਾਲੂ। ਸੋ ਅਗਲੇ ਪ੍ਰਸ਼ਨ ਤੇ ਚਲੀਏ। ਲਿੰਗੀ ਪ੍ਰਜਨਨ ਵਿੱਚ ਕਿੰਨੇ ਜਨਕਾਂ ਦੀ ਲੋੜ ਹੁੰਦੀ ਹੈ? 1 2 1 ਜਾਂ 2 ਕਿਸੇ ਵੀ ਨਹੀਂ। ਸੋ ਇਸ ਦਾ ਉੱਤਰ ਹੋਏਗਾ 2। ਹੁਣ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਪ੍ਰਸ਼ਨ 27ਵਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਆਂਡੇ ਦੇਣ ਵਾਲਾ ਜੰਤੂ ਨਹੀਂ? ਗਾਂ, ਰੇਸ਼ਮ ਦਾ ਕੀੜਾ, ਮੁਰਗੀ ਜਾਂ ਡੱਡੂ। ਇਹਨਾਂ ਵਿੱਚੋਂ ਕਿਹੜਾ ਜੀਵ ਹੈ ਜਿਹੜਾ ਆਂਡੇ ਨਹੀਂ ਦਿੰਦਾ? ਸੋ ਉਹ ਜੀਵ ਹੈ ਗਾਂ। ਸੋ ਪਹਿਲੀ ਆਪਸ਼ਨ ਇਸ ਦਾ ਠੀਕ ਉੱਤਰ ਹੈ। ਪ੍ਰਸ਼ਨ 28ਵਾਂ। ਉਸ ਪ੍ਰਕਿਰਿਆ ਦਾ ਨਾਮ ਦੱਸੋ ਜਿਸ ਵਿੱਚ ਟੈਡਪੋਲ ਡੱਡੂ ਵਿੱਚ ਪਰਿਵਰਤਿਤ ਹੁੰਦਾ ਹੈ। ਬਡਿੰਗ, ਨਿਸ਼ੇਚਨ, ਕਾਇਆ ਪਰਿਵਰਤਨ ਜਾਂ ਦੋ ਖੰਡਨ। ਸੋ ਉਸ ਦਾ ਨਾਮ ਹੈ ਕਾਇਆ ਪਰਿਵਰਤਨ। ਸੋ 28ਵੇਂ ਦਾ ਤੀਸਰਾ ਉੱਤਰ ਹੈ ਕਾਇਆ ਪਰਿਵਰਤਨ ਵਿੱਚ ਟੈਡਪੋਲ ਦਾ ਕਾਇਆ ਪਰਿਵਰਤਨ ਹੋ ਜਾਂਦਾ ਹੈ ਡੱਡੂ ਵਿੱਚ। ਅਗਲਾ ਪ੍ਰਸ਼ਨ। ਨਰ ਯੁਗਮਕ ਡੈਸ਼ ਅਖਵਾਉਂਦਾ ਹੈ। ਯੁਗਮਜ, ਸ਼ੁਕਰਾਣੂ, ਅੰਡਾਣੂ ਜਾਂ ਅੰਡਕੋਸ਼। ਸੋ ਇਸ ਦਾ ਉੱਤਰ ਹੋਏਗਾ ਨਰ ਯੁਗਮਕ ਸ਼ੁਕਰਾਣੂ ਅਖਵਾਉਂਦਾ ਹੈ। ਸੋ 30ਵਾਂ ਪ੍ਰਸ਼ਨ। ਯੁਗਮਜ ਵਿੱਚ ਕਿੰਨੇ ਕੇਂਦਰਕ ਹੁੰਦੇ ਹਨ? 1 2 3 ਜਾਂ 4। ਯੁਗਮਜ ਵਿੱਚ ਕਿੰਨੇ ਕੇਂਦਰਕ ਹੁੰਦੇ ਨੇ? 1 2 3 ਜਾਂ 4। ਸੋ ਇਸ ਦਾ ਉੱਤਰ ਹੈ ਯੁਗਮਜ ਵਿੱਚ 2 ਕੇਂਦਰਕ ਹੁੰਦੇ ਹਨ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਜੰਤੂਆਂ ਵਿੱਚ ਪ੍ਰਜਨਨ ਪਾਠ ਦਾ ਦੂਸਰਾ ਕੁਇਜ਼। ਜੇਕਰ ਤੁਸੀਂ ਇਸ ਕੁਇਜ਼ ਨੂੰ ਖੁਦ ਹੱਲ ਕਰਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਇਸ ਕੁਇਜ਼ ਦਾ ਲਿੰਕ ਦਿੱਤਾ ਗਿਆ ਹੈ। ਤੁਸੀਂ ਉਸ 'ਤੇ ਜਾ ਕੇ ਹੱਲ ਕਰ ਸਕਦੇ ਹੋ ਅਤੇ ਆਪਣੇ ਉੱਤਰ ਵੀ ਚੈੱਕ ਕਰ ਸਕਦੇ ਹੋ ਕਿ ਤੁਹਾਨੂੰ ਇਸ ਕੁਇਜ਼ ਦੇ ਕਿੰਨੇ ਉੱਤਰ ਆ ਚੁੱਕੇ ਨੇ। ਸੋ ਇਹੋ ਜਿਹੀਆਂ ਵੀਡੀਓ ਲੈ ਕੇ ਤੁਹਾਡੇ ਨਾਲ ਫਿਰ ਮੁਲਾਕਾਤ ਹੁੰਦੀ ਰਹੇਗੀ। ਤਦ ਤੱਕ ਲਈ ਸ਼ੁਕਰੀਆ, ਧੰਨਵਾਦ।